ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣਹਿ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਹਮ ਅਵਗੁਣ ਪਰੇ ਏਕ ਗੁਣ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਅਗਨ ਭੈ ਸੁਤ ਧਾਰਾ ਸਿਓ ਇਕ ਉਤਮ ਪੰਥ ਸੁਣਿਓ ਗੁਰ ਤਿਹ ਮਿਲੰਤ ਜਮ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ
ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੇ ਅਸ਼ਟਪਦੀਆ ਮਹੱਲਾ ਚੌਥਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵੇਚਾਈ। ਦਰਸ਼ਨ ਹਰ ਦੇਖਣ ਕੈ ਤਾਈ। ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ। ਹਰ ਹਰ ਨਾਮ ਧਿਆਈ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵੇਚਾਈ। ਦਰਸ਼ਨ ਹਰ ਦੇਖਣ ਕੈ ਤਾਈ। ਕਿਰਪਾ ਕਰਹਿ ਤਾ ਸਤਿਗੁਰ ਮਿਲਹਿ। ਹਰ ਹਰ ਨਾਮ ਧਿਆਈ। ਰਹਾਉ ਜੇ ਸੁਖ ਦੇਹ ਤਾਂ ਤੁਝ ਹੈ ਅਰਾਧੇ। ਦੁਖ ਪੇ ਤੁਝੈ ਧਿਆਈ। ਜੇ ਭੁਖ ਦੇਹ ਤਾਂ ਇਤਹਿ ਰਾਜਾ। ਦੁਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੇ। ਵਿੱਚ ਅਗਨਿ ਆਪ ਜਲਾਏ। ਪੱਖਾਂ ਫੇਰੀ ਪਾਣੀ ਢੋਵਾ। ਜੋ ਦੇਵਹਿ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰੈ। ਹਰ ਮੇਲ ਲੈਹੋ ਵਡਿਆਈ। ਪੱਖਾਂ ਫੇਰੀ ਪਾਣੀ ਢੋਵਾ। ਜੋ ਦੇਵਹਿ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰੈ। ਹਰ ਮੇਲ ਲੈਹੋ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਾਰੇ ਹੀ ਬਹੁਤ ਭਾਗਸ਼ਾਲੀ ਹਾਂ ਜੋ ਕਿ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪਾਵਨ ਪਵਿੱਤਰ ਅਸਥਾਨ ਸ੍ਰੀ ਦੋਖ ਨਿਵਾਰਨ ਸਾਹਿਬ ਆਪ ਸੰਗਤ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਹਾਜ਼ਰੀਆਂ ਲਵਾ ਰਹੇ ਹੋ। ਦਇਆ ਕੀਤੀ ਦੀਨ ਦਿਆਲ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਤੁਠ ਕਰਕੇ ਪਾਵਨ ਪਵਿੱਤਰ ਗਰੀਬ ਨਵਾਜ ਜੀ ਨੇ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਉਪਰੰਤ ਆਪ ਸੰਗਤ ਨੇ ਹਰ ਜਸ ਕੀਰਤਨ ਸ਼ਰਵਣ ਕੀਤਾ ਹੈ ਤੇ ਜੋ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਜੋ ਸਾਨੂੰ ਹੁਕਮ ਕੀਤਾ ਹੈ, ਉਪਦੇਸ਼ ਦਿੱਤਾ ਹੈ, ਆਓ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜੀਏ। ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਕੋਲੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜਿਸ ਵਕਤ ਆਪ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਸੇਵਾ ਕਰਿਆ ਕਰਦੇ ਸੋਂ, ਦਰਸ਼ਨ ਕਰਦੇ ਸੀ, ਆਪ ਜੀ ਦੇ ਸਤਿਕਾਰਯੋਗ ਮਾਤਾ ਜੀ ਦਇਆ ਵਸ ਹੋ ਕੇ, ਵੈਰਾਗ ਵਸ ਹੋ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆਪ ਜੀ ਨੂੰ ਲੈ ਆਏ ਸੀ। ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਵਿਛੜ ਕੇ ਆਪ ਜੀ ਦਾ ਕਿਸ ਤਰ੍ਹਾਂ ਦਾ ਹਾਲ ਸੀ, ਆਪ ਜੀ ਨੇ ਕਿਸ ਤਰ੍ਹਾਂ ਦਾ ਸਮਾਂ ਜਿਹੜਾ ਉਹ ਬਤਾਇਆ ਤੇ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਨੇਕਾਂ ਰਾਗਾਂ ਦੇ ਵਿੱਚ ਸ਼ਬਦ ਉਚਾਰਨ ਕੀਤੇ। ਉਹਨਾਂ ਦੇ ਵਿੱਚੋਂ ਇਹ ਪਾਵਨ ਪਵਿੱਤਰ ਸੂਹੀ ਰਾਗ ਦੇ ਅੰਦਰ ਸ਼ਬਦ ਹੈ। ਮਹਾਰਾਜ ਜੀ ਦਾ ਉਪਦੇਸ਼ ਅੱਜ ਬਖਸ਼ਿਸ਼ ਭਰਿਆ ਮਹਾਰਾਜ ਨੇ ਹੱਥ ਰੱਖਿਆ ਹੈ। ਆਓ ਮਹਾਰਾਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ, ਮਨ ਬਿਰਤੀਆਂ ਇਕਾਗਰ ਕਰੀਏ, ਦਾਸ ਦੀ ਹਾਜ਼ਰੀ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਅੰਦਰ ਲਵਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਹੇ ਅਸ਼ਟਪਦੀਆ ਮਹਲਾ ਚੌਥਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੋਹੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲਾ ਸ਼ਬਦ ਮਹੱਲਾ ਨਾਮ ਸਰੂਪ ਦਾ ਹੁੰਦਾ ਹੈ। ਚੌਥੇ ਪਾਤਸ਼ਾਹ ਘਰ ਦੂਜੇ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਆ। ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਥਨ ਕਰਦੇ ਆ। ਇੱਕ ਜੋ ਅਦੁੱਤੀ ਸਰੂਪ ਹੈ, ਓੰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਪ੍ਰਾਪਤੀ ਹੁੰਦੀ ਹੈ। ਐਸੇ ਦੀਨ ਦਿਆਲ ਅਕਾਲ ਪੁਰਖ ਪਰਮਾਤਮਾ ਜੋ ਅਦੁੱਤੀ ਸਰੂਪ ਹੈ, ਓੰ ਸਰਬ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਜੋ ਪ੍ਰਸਾਦ ਆਨੰਦ ਸਰੂਪ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਬਾਬਾ ਬੁੱਢਾ ਜੀ ਸਾਡੀ ਹਾਲਤ ਐਸੀ ਸੀ, ਉਸ ਵਕਤ ਅਸੀਂ ਬਿਰਹਾ ਦੇ ਵਿਛੋੜੇ ਦੇ ਵਿੱਚ
ਬੇਨਤੀਆਂ ਕਰਦੇ ਸਾਂ ਕਿ ਕੋਈ ਆਣ ਕਰਕੇ ਸਾਨੂੰ ਪੂਰੇ ਸਤਿਗੁਰੂ ਨੂੰ ਮਿਲਾ ਦੇਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਤੇ ਉਸ ਵਕਤ ਅਸੀਂ ਕਹਿੰਦੇ ਸਾਂ ਕਿ ਉਹ ਗੁਰੂ ਕੇ ਸਿੱਖ ਦਾ ਅਸੀਂ ਇੰਨਾ ਧੰਨਵਾਦ ਕਰਾਂਗੇ ਕਿ ਉਸ ਦੇ ਅੱਗੇ ਅਸੀਂ ਆਪਣੇ ਆਪ ਨੂੰ ਵੇਚ ਦਿਆਂਗੇ। ਦਰਸ਼ਨ ਹਰ ਦੇਖਣ ਕੈ ਤਾਈ। ਕਿਉਂਕਿ ਸਾਡਾ ਬਿਰਹਾ ਇੰਨਾ ਵੱਧ ਚੁੱਕਾ ਸੀ ਕਿ ਅਸੀਂ ਪੂਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਰ ਹਰੀ ਪ੍ਰਮਾਤਮਾ ਸਭਨਾਂ ਨੂੰ ਹਰੇ ਭਰੇ ਕਰਨ ਵਾਲੇ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸੀ। ਕਿਰਪਾ ਕਰਹਿ ਤਾ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਏ। ਤੇ ਭਾਈ ਜੇ ਪੂਰੇ ਸਤਿਗੁਰੂ ਜੀ ਕਿਰਪਾ ਕਰ ਦੇਣ, ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪੂਰੇ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਫਿਰ ਪੂਰਿਆਂ ਸਤਿਗੁਰਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਮਿਲਾਪ ਹੋਣੇ ਕਰਕੇ ਕੀ ਹੁੰਦਾ ਹੈ? ਕਹਿੰਦੇ ਹਰ ਹਰ ਨਾਮ ਧਿਆਈ। ਹਰ ਸਾਡੇ ਪਾਪਾਂ ਨੂੰ ਹਰ ਨਾਸ ਕਰਨ ਵਾਲਾ ਸਤਿਗੁਰੂ, ਹਰ ਹਰੀ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਸਭਨਾਂ ਨੂੰ, ਸਭ ਬਨਸਪਤੀ ਨੂੰ ਹਰੇ ਕਰਨ ਵਾਲਾ ਹੈ। ਉਸ ਦੇ ਨਾਮ ਨੂੰ ਭਾਈ ਧਿਆਈ ਧਿਆਉਣਾ ਕਰੀਦਾ ਹੈ। ਰਹਾਉ ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਜੀ ਕਥਨ ਕਰਦੇ ਹਨ। ਜੇ ਸੁਖ ਦੇਹ ਤਾਂ ਤੁਝੇ ਅਰਾਧੇ, ਦੁਖ ਪੇ ਤੁਝੈ ਧਿਆਏ। ਅਤੇ ਜੇ ਕਿਤੇ ਸਤਿਗੁਰੂ ਜੀ ਟੁੱਟ ਜਾਣ, ਬਖਸ਼ਿਸ਼ ਕਰ ਦੇਣ, ਮਿਹਰ ਕਰਨ, ਕਹਿੰਦੇ ਜੇ ਸੁਖ ਦੇ ਦਿਨ ਭਾਵ ਘਰ ਪਰਿਵਾਰ ਦੇ ਵਿੱਚ ਸੁਖ ਆਵੇ, ਪਰਿਵਾਰ ਦੇ ਵਿੱਚ ਸੁਖ ਆਵੇ, ਦੇਹ ਦਾ ਸੁਖ ਆਵੇ ਸੱਚੇ ਪਾਤਸ਼ਾਹ, ਤਾਂ ਵੀ ਤੈਨੂੰ ਅਰਾਧਨਾ ਕਰੀਏ। ਜੇ ਕਿਤੇ ਪਰਖ ਦਾ ਸਮਾਂ ਆਵੇ, ਜੇ ਕਿਤੇ ਪਰਖ ਕਰੇ ਮਹਾਰਾਜ, ਦੁੱਖ ਦੇ ਦਵੇ ਮਹਾਰਾਜ, ਉਸ ਵਕਤ ਵੀ ਦੁੱਖ ਵੇਲੇ ਵੀ ਆਪ ਜੀ ਨੂੰ ਅਰਾਧਨਾ ਕਰੀਏ। ਜੇ ਭੁੱਖ ਦੇਹ ਤਾਂ ਇਤਹਿ ਰਾਜਾ, ਦੁੱਖ ਵਿੱਚ ਸੁਖ ਮਨਾਏ। ਅਤੇ ਮਹਾਰਾਜ ਜੇ ਇਸ ਤੋਂ ਵੱਧ ਵੀ ਤੂੰ ਕਿਤੇ ਪਰਖ ਕਰੇ ਤਾਂ ਮੈਨੂੰ ਕਿਤੇ ਭੁੱਖਾ ਰਹਿਣ ਦਾ ਜਿਹੜਾ ਸਮਾਂ ਦੇ ਦੇ, ਭਾਵ ਕੁਝ ਖਾਣ ਨੂੰ ਨਾ ਦਵੇ। ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਪਰਖ ਕੀਤੀ ਸੀ ਆਪਣੇ ਪਿਆਰਿਆਂ ਦੀ। ਕਈ ਤਾਂ ਪਰਖ ਦੇ ਵਿੱਚੋਂ ਚਲੇ ਗਏ ਸਨ, ਪਰਖ ਕੀਤੀ ਸੀ ਸੱਚੇ ਪਾਤਸ਼ਾਹ ਮਹਾਰਾਜ ਨੇ, ਤੇ ਜਿਹੜੇ ਪਰਖ ਦੇ ਵਿੱਚੋਂ ਪਾਰ ਹੋਏ ਤੇ ਗੁਰਸੰਗਤ ਜੀ ਜੀਵਨ ਸਫਲਾ ਹੋ ਗਿਆ। ਇਸੇ ਕਰਕੇ ਮਹਾਰਾਜ ਕਹਿੰਦੇ ਜੇ ਭੁੱਖ ਦੇਹ ਤਾਂ ਤੁਝ ਹੈ ਇਤ ਹੀ ਰਾਜਾ। ਰਾਜਾ ਹੁੰਦਾ ਰਜ਼ਾ ਦੇ ਵਿੱਚ ਰਵਾਂ, ਰਾਜਾ ਹੁੰਦਾ ਰੱਜ ਜਾਵਾਂ। ਮਹਾਰਾਜ ਜੇ ਕਿਤੇ ਤੂੰ ਮੈਨੂੰ ਭੁੱਖ ਦੇ ਦਵੇ, ਭੁੱਖਾ ਰਹਿਣ ਦਾ ਜਿਹੜਾ ਐਸਾ ਸਮਾਂ ਆ ਜਾਵੇ, ਉਸ ਦੇ ਵਿੱਚ ਵੀ ਮੈਂ ਰਾਜਾ ਆਪ ਜੀ ਦੀ ਰਜ਼ਾ ਦੇ ਵਿੱਚ ਰਵਾਂ, ਉਸ ਵਕਤ ਵੀ ਮੈਂ ਰੱਜਿਆ ਰਵਾਂ। ਦੁੱਖ ਵਿੱਚ ਸੁਖ ਮਨਾਈ, ਮਹਾਰਾਜ ਦੁੱਖ ਦਵੇ ਉਸ ਦੇ ਵਿੱਚ ਵੀ ਮੈਂ ਸੁਖ ਨੂੰ ਮਨਾਵਾਂ, ਆਪ ਜੀ ਦੇ ਨਾਮ ਨੂੰ ਮਨਾਵਾਂ। ਤਨ ਮਨ ਕਾਟ ਕਾਟ ਸਭ ਅਰਪੇ, ਵਿੱਚ ਅਗਣੀ ਆਪ ਜਲਾਏ। ਅਤੇ ਮਹਾਰਾਜ ਤਨ ਮਨ ਕਾਟ, ਆਪਣੇ ਤਨ ਨੂੰ ਤੇ ਮਨ ਨੂੰ ਕਾਟ ਕਾਟ ਸਭ ਅਰਪੀ, ਸਭ ਕੁਝ ਆਪ ਜੀ ਦੇ ਅੱਗੇ ਅਰਪਣ ਕਰ ਦੇਵਾਂ। ਤਨ ਅਰਪਣਾ ਕੀ ਹੈ? ਭਾਵ ਆਪਣਾ ਹੰਕਾਰ, ਦੇਹ ਦਾ ਹੰਕਾਰ ਸਤਿਗੁਰੂ ਜੀ ਦੇ ਅੱਗੇ ਅਰਪਣ ਕਰ ਦਈਏ, ਸਰੀਰ ਦਾ ਹੰਕਾਰ ਹੀ ਨਾ ਹੋਵੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਤਨ ਅਰਪਣ ਕਰ ਦੇਣਾ। ਤੇ ਮਨ ਦਾ ਅਰਪਣਾ, ਮਨ ਦੇ ਸੰਕਲਪ ਵਿਕਲਪ ਸਭ ਕੁਝ, ਕੋਈ ਸੰਕਲਪ ਆਵੇ ਹੀ ਨਾ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਭ ਕੁਝ ਤਨ ਮਨ ਕਹਿੰਦੇ ਮੈਂ ਮਹਾਰਾਜ ਆਪ ਜੀ ਦੇ ਅੱਗੇ ਅਰਪਣ ਕਰ ਦੇਵਾਂ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜੇ ਸਮਾਂ ਆਵੇ ਅਗਨ ਦੇ ਵਿੱਚ ਜਲਾਉਣ ਦਾ, ਧੰਨ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਪਾਵਨ ਪਵਿੱਤਰ ਪੰਕਤੀ ਦਾ ਅਰਥ ਸਾਨੂੰ ਕਰਕੇ ਪ੍ਰਤੱਖ ਸਮਝਾਇਆ ਹੈ।
ਜੇ ਕੋਈ ਸ਼ੰਕਾ ਕਰੇ ਕਿ ਕਿਵੇਂ ਹੋ ਸਕਦਾ ਤੇ ਪੂਰੇ ਸਤਿਗੁਰੂ ਜੀ ਨੇ ਪਹਿਲਾਂ ਕਰਕੇ ਸਮਝਾਇਆ। ਤੇ ਮਹਾਰਾਜ ਤਤੀਆਂ ਤਵੀਆਂ ਤੇ ਵੀ ਬੈਠੇ ਤੇ ਸਿੱਖਾਂ ਨੇ ਆਪਣਾ ਤਨ ਮਨ ਭਾਈ ਕਟਵਾ ਵੀ ਦਿੱਤਾ, ਬੰਦ ਕਟਾਏ, ਚਰਖੜੀਆਂ ਤੇ ਚੜੇ। ਹਰ ਰੋਜ਼ ਅਰਦਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕੋਈ ਸ਼ੰਕਾ ਨਹੀਂ ਹੈ। ਇਹ ਮਹਾਰਾਜ ਜੀ ਦਾ ਪਾਵਨ ਐਸਾ ਅਸਥਾਨ ਹੈ, ਸੱਚ ਦਾ ਧਰਮ ਹੈ, ਝੂਠ ਦੀ ਕੋਈ ਗੱਲ ਨਹੀਂ ਹੈ। ਤੇ ਮਹਾਰਾਜ ਕਹਿੰਦੇ ਜੇ ਕਿਤੇ ਸਮਾਂ ਵੀ ਆ ਜਾਵੇ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਅਗਨੀ ਦੇ ਵਿੱਚ ਵੀ ਜਲਾ ਦੇਵਾਂ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵਹਿ ਸੋ ਖਾਈ। ਅਤੇ ਸਾਧ ਸੰਗਤ ਦੇ ਵਿੱਚ ਜਾਵਾਂ, ਪੱਖਾ ਫੇਰਾਂ, ਪੱਖਾ ਝੱਲਾਂ, ਸਾਧ ਸੰਗਤ ਦੀ ਸੇਵਾ ਕਰਾਂ ਅਤੇ ਫਿਰ ਪਾਣੀ ਢੋਵਾਂ। ਜਿਹੜਾ ਸਿੱਖਾਂ ਨੇ ਇਸ਼ਨਾਨ ਕਰਨਾ, ਲੰਗਰ ਦੇ ਵਾਸਤੇ ਪਾਣੀ ਢੋਵਾ ਤੇ ਉਸ ਲੰਗਰ ਦੇ ਵਿੱਚ ਜੋ ਦੇਵੈ ਭਾਈ ਮੰਝ ਵਾਂਗ, ਜੋ ਦੇਵੈ ਸੋ ਖਾਈ, ਉਹੀ ਛਕ ਲਿਆ ਕਰਾਂ। ਪੱਖਾ ਫੇਰੀ, ਸੰਸਾਰ ਦੇ ਵੱਲੋਂ ਪੱਖਾ ਫੇਰ ਲਵਾਂ, ਭਾਵ ਮੁਖ ਫੇਰ ਲਵਾਂ। ਸੰਸਾਰ ਦੇ ਵੱਲ ਮੁਖ ਹੀ ਨਾ ਕਰਾਂ, ਮੁਖ ਗੁਰੂ ਦੇ ਵੱਲ ਹੋਵੇ, ਗੁਰਮੁਖ ਬਣ ਜਾਵਾਂ। ਪਾਣੀ ਢੋਵਾਂ, ਪ੍ਰੇਮ ਰੂਪੀ ਪਾਣੀ ਢੋਣਾ ਕਰਾਂ। ਮਹਾਰਾਜ ਆਪ ਜੀ ਦੇ ਦਰ ਦੇ ਉੱਪਰ ਪ੍ਰੇਮ ਰੂਪੀ ਪਾਣੀ ਢੋਣਾ ਕਰਾਂ। ਤੇ ਜੋ ਦੇਵੈ ਸੋ ਖਾਈ, ਜਿਹੜਾ ਮਹਾਰਾਜ ਮੈਨੂੰ ਤੁਸੀਂ ਸਤ, ਸੰਤੋਖ, ਦਇਆ, ਧਰਮ, ਖਿਮਾ ਐਸੇ ਸੁਭ ਗੁਣ ਦਿਓ, ਉਹੀ ਮੈਂ ਖਾਈ ਧਾਰਨ ਕਰਾਂ। ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲੈਹੋ ਵਡਿਆਈ। ਤੇ ਮਹਾਰਾਜ ਮੈਂ ਬੜਾ ਗਰੀਬ ਹਾਂ, ਆਜ਼ਿਜ਼ ਨਿਮਾਣਾ ਹਾਂ, ਆਪ ਜੀ ਦੇ ਦਰ ਤੇ ਆਇਆ ਹਾਂ, ਕਿਰਪਾ ਕਰੋ। ਮਹਾਰਾਜ ਤੁਸੀਂ ਵਡਿਆਈ ਬਖਸ਼ਦੇ ਹੋ, ਤੁਸੀਂ ਵੱਡੇ ਹੋ, ਤੇ ਆਪ ਕਿਰਪਾ ਕਰਕੇ ਮੇਲ ਲੈਹੋ, ਸਾਨੂੰ ਮਿਲਣਾ ਕਰੋ। ਅੱਖੇ ਕਾਢ ਧਰੀ ਚਰਨਾ ਤਰ, ਅੱਖੇ ਕਾਢ ਧਰੀ ਚਰਨਾ ਤਲ, ਸਭ ਧਰਤੇ ਫਿਰ ਮਤ ਪਾਏ। ਅਤੇ ਮਹਾਰਾਜ ਮੈਂ ਆਪਣੀ ਅੱਖੀ, ਅੱਖੀ ਨਾਮ ਨੇਤਰਾਂ ਦਾ ਹੁੰਦਾ ਹੈ, ਨੇਤਰ ਕੱਢ ਕੇ ਆਪ ਜੀ ਦੇ ਚਰਨਾਂ ਦੇ ਤਲੇ ਦੇ ਹੇਠਾਂ ਰੱਖ ਦੇਵਾਂ। ਭਾਵ ਕੀ ਹੈ ਕਿ ਆਪ ਜੀ ਦੇ ਚਰਨਾਂ ਦਾ ਧਿਆਨ ਧਰਾਂ, ਹੋਰਾਂ ਦਾ, ਹੋਰ ਮਤਾਂ ਦਾ ਧਿਆਨ ਛੱਡਦਾ। ਜਿਵੇਂ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ। ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਲਵਾਂ। ਪੱਖਾ ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ, ਮਹਾਰਾਜ ਸਾਰੀ ਧਰਤੀ ਫਿਰ ਲਈ ਹੈ, ਜਗ੍ਹਾ ਜਗ੍ਹਾ ਤੇ ਜਾ ਕੇ ਦੇਖ ਲਿਆ। ਤੇ ਜਦੋਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਫਿਰ ਮਤ ਪਾਈ। ਕਹਿੰਦੇ ਮਤ ਬੁੱਧੀ ਪਾ ਲਈ ਹੈ, ਗਿਆਨ ਪਾ ਲਿਆ ਕਿ ਇਹੀ ਦਰ ਹੈ। ਜੇ ਪਾਸ ਬਹਾਲ ਹੈ ਤਾਂ ਤੁਝ ਹੈ ਅਰਾਧੀ, ਜੇ ਮਾਰ ਕੱਢ ਹੈ ਪੀ ਧਿਆਈ। ਜੇ ਮਹਾਰਾਜ ਜੇ ਸਾਡੇ ਤੇ ਕਿਰਪਾ ਕਰੇ, ਤੂੰ ਦਇਆ ਕਰੇ, ਜੇ ਆਪਣੇ ਕੋਲੇ ਬਿਠਾ ਲਵੇ, ਆਪਣੇ ਅੰਗ ਸੰਗ ਲਾ ਲਵੇ, ਤਾਂ ਵੀ ਮਹਾਰਾਜ ਆਪ ਜੀ ਨੂੰ ਅਰਾਧਨਾ ਕਰਾਂ। ਜੇ ਮਾਰ ਕੱਢ ਹੈ, ਜੇ ਧੱਕੇ ਵੀ ਮਾਰੇ ਨਾ ਇਹ ਦਰ ਦੇ ਉੱਪਰ, ਸੱਚੇ ਪਾਤਸ਼ਾਹ ਨੇ ਪਹਿਲੇ ਹੀ ਲਿਖ ਦਿੱਤਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ੍ਰੀ ਦਰਬਾਰ ਸਾਹਿਬ ਜਦੋਂ ਗਏ, ਮਹਾਰਾਜ ਨੂੰ ਨਹੀਂ ਸੀ ਅੰਦਰ ਵੜਨ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਦਰ ਐਸਾ ਹੈ, ਕਹਿੰਦੇ ਜੇ ਕਿਤੇ ਸੱਚੇ ਪਾਤਸ਼ਾਹ ਤੇਰੇ ਦਰ ਤੇ ਮੈਨੂੰ ਧੱਕੇ ਵੀ ਵੱਜਣ ਤਾਂ ਫਿਰ ਵੀ ਮਹਾਰਾਜ ਮੈਂ ਆਪ ਜੀ ਦੇ ਦਰ ਨੂੰ ਕਦੇ ਛੱਡਾਂ ਨਾ, ਫਿਰ ਵੀ ਆਪ ਜੀ ਦੇ ਦਰ ਨੂੰ ਮੈਂ ਧਿਆਉਂਦਾ ਹੀ ਰਵਾਂ। ਜੇ ਲੋਕ ਸਲਾਹੇ ਤਾਂ ਤੇਰੇ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਏ। ਤੇ ਜੇ ਮਹਾਰਾਜ ਮੈਂ ਆਪ ਜੀ ਦੀ ਵਡਿਆਈ ਕਰਾਂ, ਤੇ ਜਦੋਂ ਕੁਦਰਤ ਦੀ ਕੋਈ ਵਡਿਆਈ ਕਰਦਾ ਤੇ ਉਸ ਦੀ ਭਾਈ ਸੋਭਾ ਜੁਗਾ ਜੁਗਾਂ ਦੇ ਵਿੱਚ ਹੁੰਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਨਾਮ ਜਪਣ ਵਾਲਿਆਂ ਦੀ, ਗੁਰੂ ਕੇ ਸਿੱਖਾਂ ਦੀ, ਗ੍ਰੰਥੀ ਸਿੰਘਾਂ ਦੀ, ਨਾਮ ਜਪਣ ਵਾਲਿਆਂ ਦੀ, ਜਪਜੀ ਸਾਹਿਬ ਪੜ੍ਹਨ ਵਾਲਿਆਂ ਦੀ ਸੋਭਾ ਹੁੰਦੀ ਹੈ। ਤੇ ਮਹਾਰਾਜ ਜੇ ਕਿਤੇ ਮੇਰੀ ਕੋਈ ਸੋਭਾ ਕਰੇ, ਜੇ ਮਹਾਰਾਜ ਮੈਨੂੰ ਕੋਈ ਸਲਾਹੇ, ਇਸ ਤਰ੍ਹਾਂ ਜੇ ਮਹਾਰਾਜ ਮੈਨੂੰ ਕੋਈ ਸਲਾਹੇ ਤਾਂ ਤੇਰੀ ਉਪਮਾ, ਇਹਦੇ ਵਿੱਚ ਵੀ ਆਪ ਜੀ ਦੀ ਉਪਮਾ ਕਿ ਗੁਰੂ ਨਾਨਕ ਦਾ ਸਿੱਖ ਹੈ, ਇਹ ਗੁਰੂ ਨਾਨਕ ਦਾ ਸਿੱਖ ਹੈ। ਜੇ ਨਿੰਦਾ, ਜੇ ਲੋਕ ਮੇਰੀ ਨਿੰਦਾ ਕਰਨ ਤਾਂ ਮਹਾਰਾਜ ਮੈਂ ਫਿਰ ਵੀ ਆਪ ਜੀ ਨੂੰ ਕਦੇ ਛੱਡ ਕੇ ਨਹੀਂ ਜਾਵਾਂਗਾ। ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ,
ਤੁਧ ਵਿਸਰਿਆ ਮਰ ਜਾਏ। ਅਤੇ ਮਹਾਰਾਜ ਜੇ ਤੂੰ ਮੇਰੇ ਵੱਲ ਹੈ, ਜੇ ਤੂੰ ਮੇਰੇ ਅੰਗ ਸੰਗ ਹੈ, ਤਾਂ ਮਹਾਰਾਜ ਕੋਈ ਕਿਹੋ ਆਖੋ, ਫਿਰ ਕੋਈ ਭਾਵੇਂ ਕੁਝ ਵੀ ਆਖੇ। ਕਿਹੋ ਦਾ ਅਰਥ ਹੈ ਕੁਝ ਵੀ ਆਖੇ, ਭਾਵੇਂ ਮੈਨੂੰ ਚੰਗਾ ਕਵੇ ਭਾਵੇਂ ਮੰਦਾ ਕਵੇ, ਪਰ ਇੱਕ ਮਹਾਰਾਜ ਗੱਲ ਹੈ, ਤੁਧ ਵਿਸਰਿਆ ਹੈ। ਜੇ ਕਿਤੇ ਤੂੰ ਵਿਸਰ ਗਿਆ ਤੇ ਮੇਰੇ ਸਰੀਰ ਦੇ ਵਿੱਚ ਪ੍ਰਾਣ ਨਹੀਂ ਜੇ ਰਹਿਣੇ, ਫਿਰ ਮੈਂ ਮਰ ਜਾਵਾਂਗਾ। ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੇ ਸੰਤ ਮਨਾਏ। ਮਹਾਰਾਜ ਮੈਂ ਆਪ ਜੀ ਤੋਂ ਵਾਰ ਵਾਰ ਬਲਹਾਰਨੇ ਜਾਨਾ, ਕੁਰਬਾਨ ਜਾਨਾ ਪੂਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਆਪ ਜੀ ਦੇ ਪੈ ਪੈਰੀ ਸੰਤ ਮਨਾਈ। ਆਪ ਜੀ ਸੰਤ ਸਰੂਪ ਹੋ, ਸ਼ਾਂਤ ਸਰੂਪ ਹੋ, ਗੁਰੂ ਹੋ, ਆਪ ਪੈਰੀ ਪੈ ਕੇ ਆਪ ਜੀ ਨੂੰ ਮਨਾਈ ਮਨਾਉਂਦਾ ਹਾਂ। ਨਾਨਕ ਵਿਚਾਰਾ ਭਇਆ ਦੇਵਾਨਾ, ਹਰ ਤਾਉ ਦਰਸ਼ਨ ਕੈ ਤਾਏ। ਅਤੇ ਮਹਾਰਾਜ ਮੈਂ ਆਪ ਜੀ ਦਾ ਦਰ ਦਾ ਦੀਵਾਨਾ ਬਣ ਗਿਆ, ਮਸਤਾਨਾ ਬਣ ਗਿਆ। ਨਾਨਕ ਵਿਚਾਰਾ ਭਇਆ ਦੀਵਾਨਾ, ਗੁਰੂ ਮਹਾਰਾਜ ਕਥਨ ਕਰਦੇ ਆ ਆਪ ਜੀ ਦੇ ਦਰ ਦਾ ਦੀਵਾਨਾ ਭਇਆ ਹੋ ਗਿਆ। ਅਤੇ ਮਹਾਰਾਜ ਹਰ ਤਉ ਦਰਸ਼ਨ ਕੈ ਤਾਈ, ਮਹਾਰਾਜ ਆਪ ਜੀ ਦੇ ਦਰਸ਼ਨਾਂ ਦੇ ਵਾਸਤੇ ਮੈਂ ਹੁਣ ਕਮਲਾ ਹੋ ਚੁੱਕਾ, ਦੀਵਾਨਾ ਹੋ ਚੁੱਕਾ। ਖੜ ਝਾਕੀ ਮੀਹੋ ਵਰਸੈ, ਪੀ ਗੁਰ ਦੇਖਣ ਜਾਏ। ਅਤੇ ਮਹਾਰਾਜ ਜੇ ਕਿਤੇ ਆਪ ਜੀ ਦੇ ਦਰਸ਼ਨਾਂ ਦੀ ਸਾਨੂੰ ਤਾਂਘ ਹੋਵੇ, ਸਿੱਖ ਨੂੰ ਉਪਦੇਸ਼ ਦਿੰਦੇ ਐ, ਕਹਿੰਦੇ ਗੁਰੂ ਦੇ ਨਾਲ ਐਸਾ ਪ੍ਰੇਮ ਤੇਰਾ ਹੋਣਾ ਚਾਹੀਦਾ ਸਿੱਖਾ, ਕਿਤੇ ਝੱਖੜ ਝਾਂਗੀ, ਭਾਵ ਕੀ ਬਹੁਤਾ ਮੀਂਹ ਹੋਵੇ, ਝੱਖੜ ਆਵੇ, ਮੀਂਹੋਂ ਵਰਸੈ, ਮੀਂਹ ਵਰਸਦਾ ਹੋਵੇ, ਪਰ ਫਿਰ ਵੀ ਤੂੰ ਸਿੱਖਾ ਗੁਰੂ ਦੇ ਦਰਸ਼ਨ ਕਰਨ ਵਾਸਤੇ ਚਲਾ ਜਾਈ। ਕਦੇ ਆਪਣਾ ਨਿਜਮ ਨਾ ਤਿਆਗੀ, ਕਦੇ ਛੱਡੀ ਨਾ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਏ। ਅਗਰ ਜੇ ਕਿਤੇ ਕਹਿੰਦੇ ਸਮੁੰਦ ਸਾਗਰ, ਜਿਹੜਾ ਸਾਗਰ ਹੈ ਸਮੁੰਦਰ ਹੈ, ਬਹੁਤਾ ਖਾਰਾ ਹੋਵੇ, ਭਾਵ ਕਿ ਸਮੁੰਦਰ ਤੋਂ ਲੰਘਣਾ ਬੜਾ ਔਖਾ ਹੈ, ਪਰ ਗੁਰਸਿੱਖ ਦਾ ਪ੍ਰੇਮ ਹੈ, ਫਿਰ ਵੀ ਗੁਰੂ ਦੇ ਦਰਸ਼ਨਾਂ ਦੇ ਵਾਸਤੇ ਲੰਘ ਜਾਵੇ। ਸਾਗਰ ਨਾਮ ਹੁੰਦਾ, ਗਰ ਨਾਮ ਹੈ ਜ਼ਹਿਰ ਦਾ, ਜਿਹੜਾ ਸ ਨਾਮ ਸਹਿਤ ਦਾ, ਜ਼ਹਿਰ ਦੇ ਸਹਿਤ ਹੈ ਸਾਗਰ, ਸੰਸਾਰ ਸਮੁੰਦਰ ਹੈ। ਇਸ ਸਮੁੰਦਰ ਨੂੰ ਪਾਰ ਕਰਕੇ ਗੁਰੂ ਦੇ ਦਰਸ਼ਨਾਂ ਦੇ ਵਾਸਤੇ ਲੰਘ ਜਾਵੇ। ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਏ। ਅਤੇ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਐ, ਕਹਿੰਦੇ ਜਿਵੇਂ ਇੱਕ ਪ੍ਰਾਣਾ ਧਾਰੀ ਜੀਵ ਮਨੁੱਖ ਜਲ ਬਿਨ, ਜਲ ਤੋਂ ਬਿਨਾ ਮਰ ਜਾਂਦਾ ਹੈ, ਜਿਉਂਦਾ ਨਹੀਂ ਬਹੁਤਾ ਸਮਾਂ। ਕਹਿੰਦੇ ਤੇਰਾ ਐਸਾ ਪ੍ਰੇਮ ਗੁਰੂ ਦੇ ਨਾਲ ਹੋਣਾ ਚਾਹੀਦਾ ਹੈ, ਜਾਂ ਸਿੱਖ ਦਾ ਐਸਾ ਪ੍ਰੇਮ ਗੁਰੂ ਦੇ ਨਾਲ ਹੁੰਦਾ ਹੈ, ਤੇ ਉਹ ਸਿੱਖ ਗੁਰ ਬਿਨ ਮਰ ਜਾਈ। ਗੁਰੂ ਤੋਂ ਬਿਨਾ ਭਾਈ ਸਿੱਖ ਵੀ ਮਰ ਜਾਂਦਾ ਹੈ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਏ। ਅਤੇ ਜਿਵੇਂ ਕਹਿੰਦੇ ਧਰਤੀ ਸੋਭਾ ਪਾਉਂਦੀ ਹੈ ਜਲ ਦੇ ਨਾਲ, ਮੀਂਹ ਵਰਸਦਾ ਹੈ ਨਾ, ਮੀਂਹ ਵਰਸਣੇ ਕਰਕੇ ਜਿਹੜੀ ਧਰਤੀ ਹੈ, ਧਰਤੀ ਤੇ ਬਨਸਪਤ ਹੈ, ਹਰੀਆਵਲ ਹੋ ਜਾਂਦੀ ਹੈ, ਸਾਰਾ ਜਿਹੜਾ ਭਾਈ ਹਰਿਆ ਭਰਿਆ ਹੋ ਜਾਂਦਾ ਹੈ, ਫੁੱਲ ਬੂਟੇ ਹੈ ਹਰੇ ਭਰੇ ਹੋ ਜਾਂਦੇ ਹੈ, ਸੋਭਾ ਪਾਉਂਦੀ ਹੈ, ਕਿੰਨੀ ਸੁੰਦਰ ਲੱਗਦੀ ਹੈ। ਤੇ ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇ ਸਾਹੋ। ਐਸੇ ਸਤਿਗੁਰੂ ਗੁਰੂ ਦੇ ਦਰ ਤੇ ਆਇਆ ਹੋਇਆ ਕਹਿੰਦੇ ਸਿੱਖ ਵੀ ਸੋਭਦਾ ਹੈ, ਤੇ ਜਦੋਂ ਗੁਰੂ ਦੇ ਕੋਲੇ ਆਉਂਦਾ ਹੈ, ਗੁਰੂ ਦੇ ਨਾਲ ਮਿਲਾਪ ਹੋ ਜਾਂਦਾ, ਮਿਲ ਜਾਂਦਾ, ਫਿਰ ਬਿਗ ਸਾਈ ਖਿੜ ਜਾਂਦਾ ਹੈ ਕਮਲ ਫੁੱਲ ਦੇ ਵਾਂਗ। ਜਿਵੇਂ ਸੂਰਜ ਦੇ ਚੜ੍ਹਨੇ ਕਰਕੇ ਸੂਰਜ ਚੜ੍ਹਦਾ ਹੈ ਤੇ ਕਮਲ ਦਾ ਫੁੱਲ, ਫੁੱਲ ਬੂਟੇ ਖਿੜ ਜਾਂਦੇ ਹੈ, ਤੇ ਸਿੱਖ ਦਾ ਵੀ ਐਸਾ ਪ੍ਰੇਮ ਗੁਰੂ ਦੇ ਨਾਲ ਹੁੰਦਾ ਹੈ। ਤੇ ਜੇ ਕਿਤੇ ਗੁਰੂ ਦੇ ਜਾ ਕੇ ਦਰਸ਼ਨ ਕਰਦਾ ਹੈ, ਉਸ ਵਕਤ ਇਹਦਾ ਚਿਹਰਾ ਵੀ ਖਿੜ ਜਾਂਦਾ ਹੈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਏ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੀ ਸੇਵਾ ਦੇ ਵਿੱਚ ਰੱਖ ਲੈ। ਕਿਹੜੀ ਸੇਵਾ ਦੇ ਵਿੱਚ ਰੱਖ? ਇੱਕ ਤਾਂ ਗੁਰੂ ਦੀ ਸੇਵਾ ਦੇ ਵਿੱਚ ਰੱਖਣਾ, ਇੱਕ ਕਹਿੰਦੇ ਐ ਸੇਵਕ ਕਾ ਹੋਏ ਸੇਵਕ ਵਰਤਾ।
कि महाराज मैं आप जी दे सेवकां दा भी सेवक हो के वरतां। सेवक किहड़ा होना चाहिए? जिन्हों महाराज ने कहा जिन्ना सास गिरास ना विसरै, जिंदे कदे गुरु दा सिमरन भुल्लै ना, जिन्ना सास गिरास ना विसरै, हर नामा मन मंत, धन से सही नानका पूਰਨ सोई संत। पूरे सतगुरु दे जिहड़े प्यारे है, गुरमुख रोम रोम हर ध्यावै, अवस्था धारण करन वाले। ते अज आपां 101 कहने आ, जिन्हों कह दिंदे आ 101 ब्रह्म ज्ञानी है। यही आपां शब्द वरतदे आ, 101 ब्रह्म ज्ञानी है। पर भाई 101 वो हुंदा है जिंदी बाबत गुरबाणी कहती है सुपन एक प्रतख एक, एक समह लीनो। कहते असल दे विच एक तां ओह है, 101 तां ओह है जिहड़ा सुपने दे विच एक नूं ध्याउंदा है। सुपन एक प्रतख एक, प्रतख दर्शन पूरे इक्को दे करदा है, इक्को अकाल पुरख परमात्मा दे दर्शन करदा है। एक समह लीनो, एक दे विच ही लीन रहिंदा है, उहदे विच मतभेद नहीं रहिंदा। ਉਹਨੂੰ ਕਹਿੰਦੇ ਆ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਪਣੀ ਗਲਵਕੜੀ ਦੇ ਵਿੱਚ ਲਿਆ, ਤੇ ਜਦੋਂ ਆਪਣੇ ਦਰ ਦੇ ਨਾਲ ਲਾ ਲਿਆ ਤੇ ਬਾਬਾ ਬੁੱਢਾ ਜੀ ਨੇ ਵੀ ਦਰ ਛੱਡਿਆ ਨਹੀਂ ਹੈ। 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਸੀ, 5 ਨੂੰ ਤਿਲਕ ਲਾਇਆ, 9वें पातशाह गुरु तेग बहादुर महाराज दे भी दर्शन किए सी बचपन दे विच। श्री गुरु हरराय साहब महाराज जी दे भी दर्शन किए बचपन दे विच। ते ऐसे जिहड़े गुरसिख है उन्हां दी बाबत इत्थे गल कीती है। कहंदे सेवक का होए सेवक वर्ता, कि मैं हमेशा ही महाराज आप जी दे जिहड़े दर दे सेवक है उन्हां दा सेवक हो के वरतना करां। अते महाराज कर कर बिनो बुलाई, अते बेनतियां कर करके बुलाई। बिनो नाम हुंदा बेनतियां दा। महाराज बुलाउणा करां, गुस्से नाल ना उन्हां नूं बोलां जिहड़े दर दे सेवक ने तेरे, जिहड़े तेरे चाकर ने, जिन्हां ने एक दिन भी आप जी दे दर ते आके सेवा कर ली। ये सेवा दा निजम हुंदा गुरु के सिखो। जिन्हों भी बुलाउणा सेवा ते आके प्यार दे नाल। कहंदे कर कर बिनो बुलाई बेनतियां करां, गुरु के सिखां नूं, गुरु के दासां नूं कोई क्रोध दे वचन मंदा बोल ना बोलां। ये दर गुरु नानक दा ऐसा है, इसे दर ते आके निमरता धारण कर लवांगे, निमरता धारण करन दे नाल सच्चे पातशाह झोलियां भर दिंदा है। गुरु तेग बहादुर सच्चे पातशाह कोई अपने कोले नहीं कुछ रखदा, ये दर ही ऐसा है। इत्थे भावें कोई लोड़वंद आवे, मंगता आवे, राजा महाराजा आवे, जे तां शरधा दे नाल आ गया ते गुरु तेग बहादुर महाराज झोलियां भर दिंदे है। गुरु गोबिंद सिंह सच्चे पातशाह महाराज जी ऐसी अपने पिता दे उपर शरधा सी, भावना सी। जदों गुरसंगत जी गुरु तेग बहादुर सच्चे पातशाह महाराज की शहीदी हुंदी है, आनंदपुर साहिब महाराज जी का स्थान बनिया होया है। अते आनंदपुर साहिब का गुरु गोबिंद सिंह महाराज ने किला छड्ड दिता, किला त्यागया। उस वक्त धन गुरु गोबिंद सिंह महाराज ने अपने पिता जी के अस्थान के उपर आके नमस्कार की है। आवाज़ मारी कोई सिख है, उथे भाई गुरबख्श सिंह आया है। गुरबख्श जी आए है, उन्होंने आके महाराज दसो हुक्म करो। कहते तुसी साडे पिता गुरु दे दर दे उपर सेवा करनी है, जोत जगाउणी है। आपां जोत हिरदे अंदरों भी बुझा ली ते बाहरों भी बुझा चुके हैं। कहते जोत जगाउणी है। कहते महाराज किवें जोत जगावां? मुगलों दीयां फौजां बड़ियां ने, तुरकां दीयां फौजां बड़ियां ने, इत्थे मैनूं सेवा नहीं करन देनी। ते गुरु गोबिंद सिंह महाराज की शरधा अपने पिता दे उपर, गुरु तेग बहादुर महाराज दे उपर किन्नी है। कहंदे सिखा तू जोत जगाउण वाला बनी, इत्थे कोई जोत बुझाउण वाला तेरे वल कोई अख चक के भी देखेगा नहीं।
ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ ਦਰ ਹੈ। ਤੇ ਕੋਈ ਉਧਰ ਅੱਖ ਚੱਕੀ ਨਹੀਂ ਸੀ ਕਿਸੇ ਨੇ ਭਾਈ। ਜਿੰਨਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਜਿੰਨਾ ਸਮਾਂ ਅੱਜ ਵੀ ਸੇਵਾ ਹੁੰਦੀ ਹੈ, ਕੋਈ ਉਧਰ ਮੂੰਹ ਨਹੀਂ ਕਰ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਐਸਾ ਸੇਵਕ ਹੋਣਾ ਚਾਹੀਦਾ, ਦਰ ਦੇ ਉੱਪਰ ਆ ਕੇ ਨਿਮਰਤਾ ਦੇ ਨਾਲ ਕਿਸੇ ਵੀ ਸਿੱਖ ਨੂੰ ਬੁਲਾਉਣਾ, ਪਿਆਰ ਦੇ ਨਾਲ, ਗੁੱਸੇ ਨਾਲ ਨਹੀਂ। ਜੇ ਕਿਤੇ ਮਾੜਾ ਜਾ ਇੱਧਰ ਉੱਧਰ ਵੀ ਕਰਨਾ ਤਾਂ ਵੀ ਪਿਆਰ ਦੇ ਨਾਲ। ਪਿਆਰ ਤੁਹਾਡੇ ਅੰਦਰੋਂ ਡੁੱਲਣਾ ਚਾਹੀਦਾ, ਪ੍ਰੇਮ ਤੁਹਾਡੇ ਅੰਦਰੋਂ ਡੁੱਲਣਾ ਚਾਹੀਦਾ। ਸਾਡੇ ਵੀ ਇਕੱਲੇ ਆਪ ਜੀ ਦੇ ਨਹੀਂ, ਸਾਰੇ ਵਿੱਚ ਆ ਗਏ। ਆਪਾਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹਾਂ। ਕਹਿੰਦੇ ਐਸੇ ਸੇਵਕਾਂ ਦਾ ਮੈਂ ਸੇਵਕ ਹੋ ਕੇ ਵਰਤਣਾ ਕਰਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਅਤੇ ਉਹਨਾਂ ਨੂੰ ਬਿਨੋਂ ਬੇਨਤੀਆਂ ਕਰਕੇ ਬੁਲਾਉਂਦਾ ਹਾਂ। ਨਾਨਕ ਕੇ ਬੇਨੰਤੇ ਹਰ ਪਹਿ, ਗੁਰ ਮਿਲ ਗੁਰ ਸੁਖ ਪਾਏ। ਕਹਿੰਦੇ ਮੇਰੀ ਬੇਨਤੀ ਹਰੀ ਪਹਿ, ਹਰੀ ਦੇ ਪਹਿ ਪਾਸੇ ਹੈ, ਹਰੀ ਦੇ ਕੋਲੇ ਹੈ। ਗੁਰ ਮਿਲ ਗੁਰ ਸੁਖ ਪਾਈ। ਕਹਿੰਦੇ ਹੈ ਕਿ ਮੈਂ ਐਸੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲ ਕੇ, ਪੂਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਮਿਲ ਕਰਕੇ ਸੁਖ ਨੂੰ ਪਾਈ ਪਾਉਣਾ ਕਰਦਾ ਹਾਂ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝ ਹੈ ਧਿਆਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਿ ਐ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਸਰੂਪ ਵੀ ਤੂੰ ਹੀ ਹੈ। ਚੇਲਾ ਕੌਣ ਸੀ? ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਿਸ਼ ਬਣ ਗਿਆ। ਕਹਿੰਦੇ ਮਹਾਰਾਜ ਚੇਲਾ ਸਰੂਪ ਵੀ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਮਤਭੇਦ ਨਹੀਂ ਹੈ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਦ, ਕੋਈ ਫਰਕ ਨਹੀਂ ਹੈ। ਉਹਨਾਂ ਦੀ ਅਵਸਥਾ ਐਸੀ ਬਣ ਗਈ ਹੈ। ਗੁਰੂ ਨਾਨਕ ਦੇਵ ਮਹਾਰਾਜ ਸਰੂਪ ਅਸੀਂ, ਤੁਸੀਂ ਹੋ ਮਹਾਰਾਜ। ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਹੋ। ਤੇ ਸਾਡੇ ਤੇ ਵੀ ਦਇਆ ਕਰੋ, ਸਾਡੇ ਤੇ ਵੀ ਬਖਸ਼ਿਸ਼ ਕਰ ਦਿਓ। ਵਿੱਚ ਨਾਮ ਹੁੰਦਾ ਵਿਚੋਲੇ ਦਾ, ਕੋਈ ਵਿਚੋਲਾ ਪਾ ਦਿਓ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜੀ ਵਰਗਾ ਸਾਨੂੰ ਕੋਈ ਵਿਚੋਲਾ ਮਿਲ ਜਾਵੇ ਗੁਰ ਵਿੱਚ। ਸਾਨੂੰ ਵੀ ਵਿੱਚ ਨਾਮ ਹੁੰਦਾ ਵਿਚੋਲੇ ਦਾ, ਵਿਚੋਲਾ ਮਿਲ ਜਾਵੇ, ਅਸੀਂ ਆਪ ਜੀ ਨੂੰ ਧਿਆ ਸਕੀਏ, ਆਪ ਜੀ ਨੂੰ ਮਿਲ ਸਕੀਏ। ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ, ਤੁਧ ਸੇਵਕ ਪੈਜ ਰਖਾਏ। ਅਤੇ ਮਹਾਰਾਜ ਜਿਹੜੇ ਆਪ ਜੀ ਨੂੰ ਸੇਵਦੇ ਐ, ਜਿਹੜੇ ਆਪ ਜੀ ਨੂੰ ਸੇਵਦੇ ਐ, ਕਹਿੰਦੇ ਸੋ ਤੂੰ ਹੈ ਹੋਵਹਿ, ਤੇਰਾ ਸਰੂਪ ਹੋ ਜਾਂਦੇ ਐ। ਸੇਵਣਾ ਬੜਾ ਔਖਾ ਹੈ। ਜੇ ਸੇਵਾ ਦੀ ਗੱਲ ਕਰੀਏ ਜਾਂ ਸੇਵਣ ਦੀ ਗੱਲ ਕਰੀਏ, ਫਿਰ ਭਾਈ ਆਪਣਾ ਆਪ ਤਿਆਗ ਕੇ ਮਹਾਰਾਜ ਨੂੰ ਸੇਵਿਆ ਜਾਂਦਾ, ਹੰਕਾਰ ਭਾਵ ਨਹੀਂ। ਤੇ ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ, ਮਹਾਰਾਜ ਦੀ ਬਾਣੀ ਪੜੋ, ਸਿਮਰਨ ਕਰੋ, ਇਹੀ ਸੇਵਣਾ ਹੈ। ਜਿਹੜਾ ਪ੍ਰਭੂ ਦਾ ਨਾਮ ਧਿਆਉਣਾ ਇਹੀ ਸੇਵਣਾ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤੇ ਜੇ ਗੁਰੂ ਕਿਰਪਾ ਕਰ ਦਵੇ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਦਰ, ਨਦਰ ਨਾਮ ਹੁੰਦਾ ਕਿਰਪਾ ਦਾ। ਜੇ ਟੁੱਟ ਜਾਵੇ ਸਤਿਗੁਰੂ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਇਹ ਬਾਣੀ ਉਹਨਾਂ ਦੇ ਹਿਰਦੇ ਅੰਦਰ ਵਸ ਜਾਂਦੀ ਹੈ, ਉਹਨਾਂ ਦੇ ਹਿਰਦੇ ਅੰਦਰ ਵਸ ਜਾਂਦੀ ਹੈ, ਹਿਰਦੈ ਤਨਾ ਸਮਾਣੀ। ਉਹ ਫਿਰ ਕੀ ਕਰਦੇ ਆ? ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ। ਹਰੀ ਦੇ ਰੰਗ ਦੇ ਨਾਲ ਰੰਗੇ ਰਹਿੰਦੇ ਆ, ਹਰੀ ਦੇ ਪ੍ਰੇਮ ਦੇ ਵਿੱਚ ਰਤੇ ਰਹਿੰਦੇ ਆ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਨਿਰੰਕਾਰ ਦਾ ਰੂਪ ਹੋ ਜਾਂਦੇ ਆ, ਉਸੇ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੋ ਜਾਂਦੇ ਆ। ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵਹਿ, ਤੇਰਾ ਸਰੂਪ ਹੋ ਜਾਂਦੇ ਆ ਮਹਾਰਾਜ। ਜਦੋਂ ਤੇਰਾ ਸਰੂਪ ਹੋ ਜਾਂਦੇ ਆ, ਫਿਰ ਉਹਨਾਂ ਦੀ ਮਹਾਰਾਜ ਪੈਜ ਇੱਜ਼ਤ ਵੀ ਤੂੰ ਆਪ ਰੱਖਦਾ, ਉਹਨਾਂ ਦੀ ਰੱਖਿਆ ਵੀ ਤੂੰ ਆਪ ਕਰਦਾ ਹੈ। ਹਰੇਕ ਯੁੱਗ ਦੇ ਅੰਦਰ ਵਾਹਿਗੁਰੂ ਨੇ ਭਗਤ ਪੈਦਾ ਕੀਤੇ ਹੈ। ਵਿਪਤਾ ਆਈ, ਨਿਰੰਕਾਰ ਨੰਗੇ ਚਰਨੀ ਦੌੜਦਾ ਆਇਆ ਹੈ। ਭਗਤ ਨਾਮਦੇਵ ਜੀ ਦੀ ਬਾਬਤ ਆਪਾਂ ਪੜ੍ਹਦੇ ਹਾਂ। ਭਗਤ ਨਾਮਦੇਵ ਜੀ ਨੂੰ ਜਦੋਂ ਸਲੇਮ ਸ਼ਾਹ ਬਾਦਸ਼ਾਹ ਨੇ ਪਕੜਿਆ, ਜਦੋਂ ਮਾਤਾ ਨੇ ਆ ਕੇ ਕਿਹਾ ਭਗਤ ਜੀ ਨੂੰ
ਕਿ ਪੁੱਤਰ ਨਾਮ ਤਿਆਗ ਦੇ, ਨਾਮ ਦਾ ਆਸਰਾ ਛੱਡ ਦੇ, ਕਿਉਂ ਰਾਮ ਰਾਮ ਕਹਿੰਦਾ? ਤਾਂ ਉਸ ਵਕਤ ਭਗਤ ਜੀ ਆਖਣ ਲੱਗੇ, ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਏ। ਕਹਿੰਦਾ ਮਾਤਾ ਪਰਮਾਤਮਾ ਨੂੰ ਨਹੀਂ ਛੱਡ ਸਕਦਾ, ਨਿਰੰਕਾਰ ਦਾ ਪੱਲਾ ਨਹੀਂ ਮੈਂ ਤਿਆਗ ਸਕਦਾ, ਤੈਨੂੰ ਛੱਡ ਦੇਣਾ, ਤੂੰ ਮੇਰੀ ਮਾਂ ਹੀ ਨਹੀਂ। ਉਸ ਵਕਤ ਜਦੋਂ ਨਾਮਦੇਵ ਜੀ ਬਾਦਸ਼ਾਹ ਆਖਣ ਲੱਗਾ ਕਿ ਆਇਆ ਨਹੀਂ ਤੇਰਾ ਨਿਰੰਕਾਰ ਅਕਾਲ ਪੁਰਖ ਪਰਮਾਤਮਾ, ਕਿੰਨਾ ਸਮਾਂ ਹੋ ਗਿਆ ਹੈ ਜਾਂ ਤੈਨੂੰ 7 ਘੜੀਆਂ ਦਿੱਤੀਆਂ ਨੇ। ਭਗਤ ਨਾਮਦੇਵ ਜੀ ਆਖਣ ਲੱਗੇ, ਪਰਮਾਤਮਾ ਮਾਂ ਛੱਡ ਦਿੱਤੀ ਹੈ ਤੇਰੇ ਮਗਰ, ਤੇਰੇ ਮਗਰ ਲੱਗ ਕੇ ਜਿਹੜਾ ਹੈ ਮਾਤਾ ਛੱਡ ਦਿੱਤੀ ਹੈ, ਤੇ ਹੁਣ ਕੱਲਾ ਤੂੰ ਹੀ ਰਹਿ ਗਿਆ। ਜੇ ਤੂੰ ਵੀ ਨਾ ਆਇਆ ਤੇ ਦੱਸ ਮੇਰਾ ਕੌਣ ਹੈ। 7 ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਭਵਨ ਧਣੀ। ਉਸ ਵਕਤ ਕਿਉਂਕਿ ਰਾਗੀ ਸਨ, ਰਾਗੀ ਰੁੱਸ ਜਾਵੇ ਨਿਰੰਕਾਰ ਨੂੰ ਔਖਾ ਹੋ ਜਾਂਦਾ ਹੈ। ਰਾਗੀਆਂ ਨੇ ਗੁਣ ਗਾਉਣੇ ਹੈ, ਸੋਭਾ ਕਰਨੀ ਹੈ ਗੁਰੂ ਕੇ ਸਿੱਖਾਂ ਨੇ। ਭਗਤ ਨਾਮਦੇਵ ਜੀ ਰਾਗਾਂ ਦੇ ਵਿੱਚ ਬਣਾ ਸਵਾਰ ਕੇ ਕੀਰਤਨ ਕਰਿਆ ਕਰਦੇ। 7 ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਭਵਨ ਧਣੀ। ਉਸ ਵਕਤ ਫਿਰ ਗਰੁੜ ਚੜੇ ਗੋਬਿੰਦ ਆਏ ਲਾ। ਗਰੁੜ ਤੇ ਚੜ ਕੇ ਪ੍ਰਮਾਤਮਾ ਵਾਹਿਗੁਰੂ ਆ ਗਿਆ ਤੇ ਨਿਰੰਕਾਰ ਨੇ ਰੱਖਿਆ ਕੀਤੀ ਹੈ। ਕਹਿੰਦੇ ਕਹੋ ਤਾਂ ਧਰਨ ਇਕੌਡੀ ਕਰੋ। ਭਗਤ ਨਾਮਦੇਵ ਜੇ ਤੂੰ ਆਖੇ ਤਾਂ ਮੈਂ ਧਰਤੀ ਕੋਡੀ ਕਰ ਦਿੰਨਾ, ਇਹਨਾਂ ਤੁਰਕਾਂ ਦਾ ਰਾਜ ਭਾਗ ਨਾਸ ਕਰ ਦਿੰਨਾ। ਕਹਿੰਦਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਇਹਨਾਂ ਦੀ ਗਾਂ ਜਿਉਂਦੀ ਕਰ ਦੇ, ਇਹਦੀ ਗਾਂ ਜਿਉਂਦੀ ਕਰ ਦੇ ਮਹਾਰਾਜ, ਮੈਂ ਆਪ ਜੀ ਦੇ ਨਾਮ ਨੂੰ ਧਿਆਉਣਾ ਕਰਾਂ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਜੁਗਾਂ ਜੁਗਾਂ ਦੇ ਵਿੱਚ ਭਗਤ ਪੈਦਾ ਕਰ ਦਿੱਤਾ। ਪੈਜ ਵੀ ਨਿਰੰਕਾਰ ਆਪ ਰੱਖਦਾ ਆਇਆ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਜਿਨ ਹਰ ਸੇਵਿਆ ਤਿਨ ਪਾਇਆ ਮਾਣ। ਉਹਨਾਂ ਨੇ ਮਾਣ ਪ੍ਰਾਪਤ ਕਰ ਲਿਆ, ਉਹਦਾ ਰੂਪ ਹੋ ਜਾਂਦੇ ਹੈ। ਤੇ ਜਿਹੜਾ ਉਸਦਾ ਰੂਪ ਹੋ ਜਾਂਦਾ ਹੈ ਭਾਈ, ਉਸਦੀ ਪੈ ਇੱਜ਼ਤ ਸੱਚੇ ਪਾਤਸ਼ਾਹ ਮਹਾਰਾਜ ਪਤ ਆਬਰੋ ਆਪ ਰੱਖਦੇ ਹਨ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਅਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਹਾਰਾਜ ਭਗਤੀ ਦੇ ਭੰਡਾਰੇ ਆਪ ਜੀ ਦੇ ਦਰ ਦੇ ਉੱਪਰ ਭਰੇ ਹੋਏ ਆ। ਕਿਹੜੇ ਭਗਤੀ ਦੇ ਭੰਡਾਰੇ? ਜਿਹੜੇ ਭਾਈ ਨਾਮ ਰੂਪੀ ਭਗਤੀ ਦੇ ਭੰਡਾਰੇ। ਜਿਹੜੀ ਭਗਤੀ ਕਰਨੀ ਨਿਰੰਕਾਰ ਦੀ, ਨਾਮ ਜਪਣਾ, ਇਹ ਭੰਡਾਰੇ ਮਹਾਰਾਜ ਦੇ ਕੋਲੇ ਭਰੇ ਹੋਏ ਐ। ਤੇ ਜਿਹੜਾ ਨਾਮ ਜਪਦਾ ਉਹਦੇ ਕੋਲੇ ਵੀ ਭੰਡਾਰੇ ਭਰ ਜਾਂਦੇ ਐ। ਟੋਟ ਨਾ ਆਵੇ ਵਧ ਦੋ ਜਾਈ, ਤਿਚਰ ਮੂਲ ਨਾ ਥੁੜੀ ਦੋ। ਜਿਚਰੇ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ। ਖਾਹੇ ਖਰਚ ਧਨ ਮਾਲ, ਧਨ ਦੌਲਤ ਦੇ ਭੰਡਾਰੇ, ਭਗਤੀ ਦੇ ਭੰਡਾਰੇ ਮਹਾਰਾਜ ਭਰ ਦਿੰਦੇ ਐ। ਟੋਟ ਨਹੀਂ ਆਉਂਦੀ ਗੁਰੂ ਕੇ ਸਿੱਖ ਦੇ ਕੋਲੇ। ਜਿਹੜਾ ਨਾਮ ਜਪਦਾ ਹੈ, ਨਵ ਨਿਧੀ 18 ਹੈ ਸਿੱਧੀ, ਪਿੱਛੇ ਲੱਗੀਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਹੇ। ਤੇ ਜਿਹੜਾ ਅੰਦਰ ਵਸਾ ਲੈਂਦਾ ਭਾਈ, ਉਹਦੇ ਭੰਡਾਰੇ ਵੀ ਸੱਚੇ ਪਾਤਸ਼ਾਹ ਮਹਾਰਾਜ ਭਰ ਦਿੰਦੇ ਐ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇ ਵਾਈ। ਜਿਸ ਦੀ ਸੇਵਾ ਆਪ ਜੀ ਨੂੰ ਭਾਵੈ, ਭਾ ਜਾਂਦੀ ਹੈ, ਚੰਗੀ ਲੱਗਦੀ ਹੈ। ਜਾਂ ਜਿਹੜਾ ਆਪ ਜੀ ਨੂੰ ਭਾਵੈ, ਭਾ ਗਿਆ, ਚੰਗਾ ਲੱਗ ਗਿਆ ਗੁਰੂ ਕਾ ਸਿੱਖ। ਉਹ ਇਹ ਨਹੀਂ ਦੇਖਦਾ ਕਿ ਬਸਤਰ ਸੁੰਦਰ ਪਾਏ ਹੈ, ਉਹ ਨਹੀਂ ਦੇਖਦਾ ਗਿਆਨੀ ਹੈ, ਗੁਣੀ ਗਿਆਨੀ ਹੈ, ਉਹ ਨਹੀਂ ਦੇਖਦਾ ਮਹਾਰਾਜਾ ਹੈ, ਉਹ ਨਹੀਂ ਦੇਖਦਾ ਗਰੀਬ ਹੈ, ਉਹ ਨਹੀਂ ਦੇਖਦਾ ਕੰਗਾਲ ਹੈ। ਕੀ ਦੇਖਦਾ? ਉਹਦਾ ਪ੍ਰੇਮ ਦੇਖਦਾ ਹੈ। ਭਾਈ ਲੱਖੂ ਵਾਂਗੂ ਭਾਈ ਕਲਿਆਣਾ ਜੀ ਦੀ ਸੰਗਤ ਕਰ ਲਈ। ਭਾਈ ਲੱਖੂ 21 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਿਆ ਕਰਦਾ ਸੀ। ਜਪਜੀ ਸਾਹਿਬ ਜੀ ਦਾ ਫਲ ਕੀ ਹੈ? ਤੇ ਜਿਹੜੇ ਭਾਈ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਰੋਜ਼ ਕਰਿਆ ਕਰੋ। ਬਿਨ ਜਪ ਜਾਪ ਜਪੇ ਬਿਨਾ, ਜੋ ਜੇਵੇ ਪ੍ਰਸਾਦ, ਸੋ ਵਿਸ਼ਟਾ ਕਾ ਕਿਰਮ ਹੋਏ, ਜਨਮ ਗਵਾਵੈ ਬਾਦ। ਮਹਾਰਾਜ ਦੇ ਬਚਨ ਹੈ। ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਕੀਤੇ ਤੋਂ ਬਿਨਾ, ਜਾਪ ਸਾਹਿਬ ਦਾ ਪਾਠ ਕੀਤੇ ਤੋਂ ਬਿਨਾ ਖਾ ਲੈਂਦਾ ਨਾ ਕੁਝ, ਸੋ ਵਿਸ਼ਟਾ ਕਾ ਕਿਰਮ ਹੋਏ, ਗੰਦਗੀ ਦਾ ਕੀੜਾ ਹੈ। ਤੇ ਜਨਮ ਗਵਾਵੈ ਬਾਦ, ਉਹ ਆਪਣਾ ਜਨਮ ਬਿਰਥਾ ਗਵਾ ਲੈਂਦਾ ਹੈ। ਇਸ ਕਰਕੇ ਜਪਜੀ ਸਾਹਿਬ ਦਾ ਪਾਠ 21 ਪਾਠ ਭਾਈ ਲੱਖੂ ਕਰਿਆ ਕਰਦਾ। ਤੇ ਮਹਾਰਾਜ ਦੀ ਐਸੀ ਉਹਦੇ ਤੇ ਕਿਰਪਾ ਹੋਈ, ਰਸਨਾ ਤੇ ਨਿਰੰਕਾਰ ਵਸ ਗਿਆ।
ਨਿਰੰਕਾਰ ਰਸਨਾ ਤੇ ਵਸ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖ ਹੈ। ਗੁਰਸੰਗਤ ਜੀ, ਬੁੱਧੂ ਨੇ ਲੰਗਰ ਲਾਇਆ। ਲੰਗਰ ਲਾਇਆ ਉਸ ਵਕਤ ਸਾਧੂ ਸੁਭਾਅ ਸੀ। ਚਲਦਾ ਚਲਦਾ ਬੁੱਧੂ ਦੇ ਘਰ ਦੇ ਅੱਗੇ ਜਾ ਕੇ ਖੜਾ ਹੋ ਗਿਆ। ਕਹਿੰਦਾ ਮੈਨੂੰ ਵੀ ਲੰਗਰ ਦੇ ਦੇ। ਮਹਾਰਾਜ ਤੋਂ ਬਚਨ ਤਾਂ ਬੁੱਧੂ ਕਰਾ ਕੇ ਆਇਆ ਸੀ ਕਿ ਤੇਰਾ ਆਵਾ ਪੱਕਾ ਹੋਵੇਗਾ, ਪਰ ਸਿੱਖਾਂ ਦਾ ਬਚਨ ਕੈਸਾ ਹੈ, ਸਾਧੂਆਂ ਦਾ ਬਚਨ ਕੈਸਾ ਹੁੰਦਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਰਸਨਾ ਤੇ ਵਸ ਜਾਂਦਾ ਹੈ। ਅਤੇ ਲਖਨ ਨੂੰ ਕਹਿਣ ਲੱਗਾ ਕਿ ਇੰਨਾ ਸਮਾਂ ਹੋ ਗਿਆ, ਸਾਰਿਆਂ ਨੇ ਲੰਗਰ ਛਕ ਲਿਆ ਤੇ ਹੁਣ ਤੂੰ ਆਇਆ। ਬੁਰੇ ਭਲੇ ਬਚਨ ਬੋਲਣ ਲੱਗਾ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਕੋਈ ਆਵੇ ਦਰ ਤੇ ਭੁੱਖਾ ਨਾ ਮੋੜਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖੋ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਮਹਾਰਾਜ ਵਰਗਾ ਹਿਰਦਾ ਵੀ ਰੱਖਿਓ, ਤਾਂ ਨਿਰੰਕਾਰ ਦਾ ਸਰੂਪ ਹੋਇਆ ਜਾਂਦਾ ਹੈ, ਤਾਂ ਉਸ ਦੇ ਦਾਸ, ਉਸ ਦੇ ਸੇਵਕ ਬਣਿਆ ਜਾਂਦਾ ਹੈ। ਭਾਈ ਲੱਖੂ ਨੂੰ ਆਖਣ ਲੱਗਾ ਬੁੱਧੂ, ਕਹਿੰਦੇ ਬੜਾ ਸਮਾਂ ਹੋ ਗਿਆ, ਹੁਣ ਤੈਨੂੰ ਲੰਗਰ ਨਹੀਂ ਮਿਲਣਾ। ਸੋ ਤੇ ਸਿੱਧ ਬਚਨ ਕਰ ਦਿੱਤਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਕੱਚਾ ਹੀ ਰਿਹਾ ਹੈ। ਮਹਾਰਾਜ ਦੇ ਕੋਲੇ ਗਿਆ, ਸਾਰੀ ਵਾਰਤਾ ਦੱਸੀ। ਸਮੇਂ ਦੇ ਹਿਸਾਬ ਦੇ ਨਾਲ ਮੈਂ ਵਾਰਤਾ ਸੁਣਾ ਰਿਹਾ। ਸਾਰੀ ਵਾਰਤਾ ਦੱਸੀ। ਮਹਾਰਾਜ ਕਹਿੰਦੇ ਕੀ ਗੱਲ ਹੋਈ ਸੀ? ਕਹਿੰਦੇ ਭਿਖਾਰੀ ਆਇਆ ਸੀ ਇੱਕ। ਕਹਿੰਦੇ ਭਿਖਾਰੀ ਨਹੀਂ ਸੀ, ਉਹ ਸਾਡਾ ਸਿੱਖ ਸੀ। ਭਿਖਾਰੀ ਨਹੀਂ ਸੀ, ਉਹ ਸਾਡਾ ਸਿੱਖ ਸੀ। ਤੇ ਉਸ ਵਕਤ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਅਸੀਂ ਆਪਣੇ ਸਿੱਖ ਦਾ ਬਚਨ ਨਹੀਂ ਮੋੜ ਸਕਦੇ। ਜਾ, ਤੇਰੀਆਂ ਇੱਟਾਂ ਤਾਂ ਕੱਚੀਆਂ ਰਹਿਣਗੀਆਂ, ਵਿਕਣਗੀਆਂ ਪੱਕੀਆਂ ਦੇ ਪਾ। ਇਹ ਸਿੱਖ ਦਾ ਭਾਈ ਬਚਨ ਹੈ, ਇਹ ਸਾਧੂ ਦਾ ਬਚਨ ਹੈ ਜਿਹੜਾ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ। ਉਸ ਵਕਤ ਫਿਰ ਕਹਿੰਦੇ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇ ਵਾਈ। ਭਗਤੀ ਦੇ ਭੰਡਾਰੇ ਭਰੇ ਹੋਏ ਆ ਮਹਾਰਾਜ, ਜਿਸ ਨੂੰ ਤੂੰ ਭਾਵੈ ਭਾ ਜਾਂਦਾ ਹੈ, ਜਾਂ ਜਿਹੜਾ ਆਪ ਜੀ ਨੂੰ ਭਾਵੈ ਭਾ ਜਾਂਦਾ ਹੈ, ਉਸ ਨੂੰ ਇਹ ਭੰਡਾਰੇ ਦਿਵਾਈ ਮਹਾਰਾਜ ਤੁਸੀਂ ਦਵਾ ਦਿੰਦੇ ਹੋ। ਜਿਸ ਤੋ ਦੇਹ ਸੋਈ ਜਨ ਪਾਏ, ਹੋਰ ਨਹਿਫਲ ਸਭ ਚਤੁਰਾਏ। ਅਤੇ ਮਹਾਰਾਜ ਜਿਸ ਨੂੰ ਤੂੰ ਇਹ ਦਾਤ ਦੇਹ, ਨਾਮ ਦੀ ਦਾਤ, ਭਗਤੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਜਿਸ ਨੂੰ ਤੂੰ ਦੇ ਦਿੰਦਾ, ਉਹ ਦਾਤ ਇਹ ਪਾ ਲੈਂਦਾ। ਜਨ ਨਾਮ ਸੇਵਕ ਦਾ ਹੁੰਦਾ, ਦਾਸ ਦਾ ਹੁੰਦਾ। ਤੇ ਬਾਕੀ ਨਿਹਫਲ ਸਭ ਚਤੁਰਾਈ, ਜਿਹੜੀਆਂ ਚਤੁਰਾਈਆਂ ਕਰਨੀਆਂ ਨੇ ਨਿਹਫਲ ਨੇ, ਕੋਈ ਫਾਇਦਾ ਨਹੀਂ ਚਤੁਰਾਈਆਂ ਕਰਨ ਦਾ। ਵੇਦ ਪੜ੍ਹ ਕੇ, ਗ੍ਰੰਥ ਪੜ੍ਹ ਕੇ ਜੇ ਕਿਤੇ ਨਿਮਰਤਾ ਨਾ ਆਈ, ਜੇ ਚਤੁਰਾਈਆਂ ਹੀ ਕਰਦੇ ਰਹੇ, ਹਰ ਇੱਕ ਦੇ ਨਾਲ ਚਤੁਰਾਈਆਂ ਕੀਤੀਆਂ, ਵੇਦ ਵੀ ਪੜ੍ਹ ਲਏ, ਗ੍ਰੰਥ ਵੀ ਪੜ੍ਹ ਲਏ, ਬੜੇ ਬੜੇ ਗ੍ਰੰਥ ਪੜ੍ਹੇ ਆ, ਬੜਾ ਗਿਆਤਾ ਬਣ ਗਿਆ, ਪਰ ਨਿਮਰਤਾ ਨਾ ਆਈ, ਅੰਦਰ ਝੁਕਣਾ ਨਾ ਆਇਆ। ਮਹਾਰਾਜ ਨੇ ਤਾਂ ਕਿਹਾ ਸੀ ਕਿ ਸੁਖੀ ਬਸੈ ਮਸਕੀਨੀਆਂ, ਪਰ ਨਹੀਂ, ਅੰਦਰ ਨਿਮਰਤਾ ਨਾ ਆਈ। ਮਹਾਰਾਜ ਨੇ ਕਿਹਾ ਸੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ, ਪਰ ਅੰਦਰ ਨਿਮਰਤਾ ਨਾ ਆਈ। ਬਾਣੀ ਪੜ੍ਹੀ ਤਾਂ ਬਾਣੀ ਅੰਦਰ ਨਾ ਧਾਰਨ ਕੀਤੀ। ਪੜ੍ਹ ਵੀ ਬੜਾ ਲਿਆ, ਪਰ ਉਹਨਾਂ ਦੀ ਬਾਬਤ ਮਹਾਰਾਜ ਨੇ ਕਿਹਾ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਪੜ੍ਹ ਕੇ ਵੀ ਨਿਮਰਤਾ ਨਾ ਆਈ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਿਹਫਲ ਸਭ ਚਤੁਰਾਈ, ਕਿ ਜਿਹੜੀਆਂ ਚਤੁਰਾਈਆਂ ਕਰਨੀਆਂ ਹਨ ਸਾਰੀਆਂ ਨਿਹਫਲ ਹੀ ਹਨ ਜੇ ਪ੍ਰਭੂ ਦਾ ਨਾਮ ਨਹੀਂ ਹੈ। ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਏ। ਪੂਰੇ ਗੁਰਾਂ ਨੂੰ ਕਹਿੰਦੇ ਸਿਮਰਨਾ ਕਰ। ਗੁਰ ਆਪਣਾ, ਜਿਹੜਾ ਆਪਣਾ ਗੁਰੂ ਹੈ ਆਪਣਾ ਬਣਾ ਲਈਏ, ਗੁਰੂ ਨੂੰ ਬਗਾਨਾ ਨਾ ਬਣਾਈਏ। ਬਗਾਨਾ ਜਿਹੜਾ ਗੁਰੂ ਨੂੰ ਬਗਾਨਾ ਕਰ ਦਿੰਦਾ, ਉਹ ਸਾਰੇ ਜਗਤ ਦੇ ਵਿੱਚ ਬਗਾਨਾ ਹੋ ਜਾਂਦਾ ਹੈ। ਜੇ ਗੁਰੂ ਵੱਲ ਹੈ ਤਾਂ ਸਭ ਕੋਈ ਵੱਲ, ਸਾਰੇ ਆਪਣੇ ਵੱਲ ਹੁੰਦੇ ਹੈ। ਫਿਰ ਦੁਸ਼ਮਣ ਲੱਖਾਂ ਤੇ ਕਰੋੜਾਂ ਵੀ ਕਿਉਂ ਨਾ ਖੜੇ ਹੋਣ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਫਿਰ ਨਹੀਂ ਕੁਝ ਹੋ ਸਕਦਾ। ਕੋਈ ਕਿੰਨਾ ਵਰਜੀ ਵੱਡਾ ਦੁਸ਼ਮਣ ਹੋਵੇ ਤੇ ਸੱਚੇ ਪਾਤਸ਼ਾਹ ਵੱਲ ਹੈ ਤੇ ਫਿਰ ਨਹੀਂ ਭਾਈ। ਇਸ ਕਰਕੇ ਗੁਰੂ ਨੂੰ, ਕਿਹੜਾ ਗੁਰੂ ਕਹਿੰਦੇ ਆਪਣਾ ਗੁਰ। ਸਿਮਰ 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 ਗੁਰ ਆਪਣਾ, ਆਪਣੇ ਗੁਰੂ ਨੂੰ ਸਿਮਰ, ਸਿਮਰਨਾ ਕਰ। ਆਪਣੇ ਗੁਰੂ ਨੂੰ ਸਿਮਰ, ਸਿਮਰ ਨਾਮ ਹੁੰਦਾ ਸਿਮਰਨ ਦਾ। ਆਪਣੇ ਗੁਰੂ ਨੂੰ ਸਿਮਰਨਾ ਕਰ ਅੰਤਰ ਧਿਆਨ ਹੋ ਕਰਕੇ। ਕਿਵੇਂ ਸਿਮਰਨਾ ਕਰ? ਮਨ ਕਰਕੇ, ਬਾਣੀ ਕਰਕੇ, 3 ਵਾਰੀ ਸਿਮਰਨ ਆਇਆ।
3 ਵਾਰੀ ਸਿਮਰ ਸ਼ਬਦ ਆਇਆ, ਮਨ ਕਰਕੇ, ਬਾਣੀ ਕਰਕੇ ਤੇ ਤਨ ਕਰਕੇ ਸਿਮਰ। ਜਦੋਂ ਲੋੜ ਪਵੇ ਗੁਰੂ ਘਰ ਸੇਵਾ ਦੀ ਸੇਵਾ ਦੇ ਵਿੱਚ ਆ, ਜਦੋਂ ਧਨ ਕਰਕੇ ਸਿਮਰਨ ਦੀ ਲੋੜ ਪਵੇ ਗੁਰੂ ਦੇ ਦਰ ਤੇ ਧਨ ਦੀ, ਉਸ ਵਕਤ ਧਨ ਦੀ ਸੇਵਾ ਕਰ। ਜੇ ਹੱਥਾਂ ਦੇ ਨਾਲ ਸੇਵਾ ਕਰਨੀ ਹੈ, ਹੱਥਾਂ ਦੇ ਨਾਲ ਵੱਧ ਚੜ ਕੇ ਸੇਵਾ ਕਰ। ਜਿਵੇਂ ਵੀ ਕਹਿੰਦੇ ਪੂਰੇ ਸਤਿਗੁਰੂ ਨੂੰ ਸਿਮਰਿਆ ਜਾਵੇ, ਸਿਮਰੋ। ਅਤੇ ਸਿਮਰਨੇ ਕਰਕੇ ਕੀ ਹੋ ਜਾਂਦਾ ਹੈ? ਸੋਇਆ ਮਨ ਜਾਗਾਈ, ਸੁੱਤਾ ਹੋਇਆ ਮਨ ਤੇਰਾ ਜਾਗ ਪਵੇਗਾ। ਕਿੱਧਰੋਂ ਸੁੱਤਾ ਹੋਇਆ ਮਨ? ਨਾਮ ਵੱਲਿਓਂ ਸੁੱਤਾ ਹੋਇਆ ਮਨ। ਵਿਕਾਰਾਂ ਵੱਲਿਓ ਤਾਂ ਜਾਗਦੇ ਹੀ ਫਿਰਦੇ ਆ ਨਾ, ਵਿਕਾਰਾਂ ਵੱਲਿਓ ਤਾਂ ਜਾਗਦੇ ਹੀ ਫਿਰਦੇ ਆ, ਧਨ ਦੌਲਤ ਵੱਲਿਓ ਤਾਂ ਜਾਗਦੇ ਹੀ ਫਿਰਦੇ ਆ, ਕਦੇ ਕਿਤੇ ਭੜਕਦੇ ਆ, ਕਦੇ ਕਿਤੇ ਭੜਕਦੇ ਆ। ਮਾਇਆ ਵੱਲਿਓ ਬੜਾ ਧਨ ਇਕੱਠਾ ਕਰ ਲਿਆ, ਲੱਖ ਲੱਖਾਂ ਦਾ, ਕਰੋੜਾਂ ਦਾ, ਇੱਧਰ ਤਾਂ ਮਨ ਜਾਗਦਾ ਹੀ ਪਿਆ ਹੈ। ਤੇ ਕਹਿੰਦੇ ਸੇਵਾ ਕਰੇਗਾ, ਸਿਮਰਨ ਕਰੇਗਾ, ਤੇਰਾ ਸੁੱਤਾ ਹੋਇਆ ਮਨ ਜਾਗੇਗਾ। ਕਿੱਧਰੋਂ ਸੁੱਤਾ ਹੋਇਆ? ਨਾਮ ਬਾਣੀ ਸਿਮਰਨ ਵੱਲੋਂ ਸੁੱਤਾ ਹੋਇਆ ਮਨ ਜਾਗ ਪਵੇਗਾ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਕਹਿੰਦੇ ਨਾਨਕ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਐ। ਕਹਿੰਦੇ ਮੈਂ ਆਪ ਜੀ ਦਾ ਨਿਮਾਣਾ ਜਾਂ ਸਿੱਖ ਗੁਰੂ ਅਮਰਦਾਸ ਮਹਾਰਾਜ ਦੇ ਕੋਲੇ ਬੇਨਤੀਆਂ ਕਰ ਰਹੇ ਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਵਿਚਾਰਾ ਆਪ ਜੀ ਦੇ ਕੋਲੇ ਇੱਕੋ ਹੀ ਇੱਕ ਦਾਨ ਮੰਗਦਾ। ਦਾਨ ਮਹਾਰਾਜ ਭਿਖਾਰੀ ਹੋ ਕੇ ਦਾਨ ਮੰਗਿਆ ਜਾਂਦਾ ਹੈ, ਭਿਖਾਰੀ ਹੋ ਕੇ ਹੈ। ਸਾਰਾ ਜਗਤ ਭਿਖਾਰੀ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਦਾ ਦਾਤਾ ਹੈ ਪਰਮਾਤਮਾ ਹੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਇਸੇ ਕਰਕੇ ਆਜਿਜ਼ ਨਿਮਾਣਾ ਹੋ ਕੇ, ਗਰੀਬ ਹੋ ਕੇ ਮੰਗ ਲੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਇੱਕੋ ਦਾਨ ਮੰਗਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਹੜਾ ਦਾਨ? ਮਹਾਰਾਜ ਇੱਕ ਦਾਨ ਮੰਗੈ ਨਾਨਕ ਵਿਚਾਰਾ, ਦਾਸਨ ਦਾਸ ਕਰਾਈ। ਆਪ ਜੀ ਦੇ ਦਾਸਾਂ ਦਾ ਦਾਸ ਬਣਾ ਦੇ। ਅੰਤਰ ਜਾਮੀ, ਹਰ ਰੋਜ਼ ਪੜ੍ਹਦੇ ਆਪਾਂ, ਪੜ੍ਹੋ ਸਾਰੇ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਰ ਸੰਤਨ ਕੀ ਤੂਰੇ। ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਐਸੇ ਦਾਸਾਂ ਦਾ ਮੈਨੂੰ ਮਹਾਰਾਜ ਦਾਸ ਬਣਾਉਣਾ ਕਰ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਕਹਿੰਦੇ ਜੇ ਕਿਤੇ ਗੁਰੂ ਵੀਰ ਰਸ ਦੇ ਵਿੱਚ ਆਵੇ, ਵੀਰ ਰਸ ਦੇ ਵਿੱਚ ਆਵੇ, ਸਾਡੇ ਤੋਂ ਭੁੱਲ ਹੋਵੇ, ਜੇ ਕਹਿੰਦੇ ਮਾੜੀ ਜੀ ਝਿੜਕ ਵੀ ਮਾਰ ਦਵੇ ਨਾ, ਝਿੜਕੇ ਕੇ ਸਿਖਾ ਨਹੀਂ ਕਰਨਾ, ਆ ਨਹੀਂ ਕਰਨਾ, ਤਾਂ ਫਿਰ ਵੀ ਉਸ ਗੁਰੂ ਦਾ ਝਿੜਕਿਆ ਹੋਇਆ ਕਹਿੰਦੇ ਮੇਰੇ ਮਨ ਨੂੰ ਮਿੱਠਾ ਲੱਗਦਾ ਹੈ। ਗੁਰੂ ਕੀਆਂ ਝਿੜਕਾਂ ਮੈਨੂੰ ਮਿੱਠੀਆਂ ਲੱਗਦੀਆਂ ਨੇ। ਜੇ ਗੁਰ ਝਿੜਕੇ ਤਾਂ ਮੀਠਾ ਲੱਗੈ। ਜੇ ਗੁਰੂ ਝਿੜਕੇ, ਹਰ ਰੋਜ਼ ਝਿੜਕਦਾ, ਹਰ ਰੋਜ਼ ਗੁਰੂ ਤਾਂ ਝਿੜਕਦਾ ਕਿ ਸਿੱਖਾ ਆ ਕਰਮ ਨਾ ਕਰੀ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਜ਼ਰ ਨਿਹਾਲੀ ਹੈ, ਪਰ ਕਾ ਬੁਰਾ ਨਾ ਰੱਖੋ ਚੀਤ। ਹਰ ਰੋਜ਼ ਗੁਰੂ ਕਹਿੰਦਾ ਪਰਾਏ ਦਾ ਬੁਰਾ ਨਾ ਕਦੇ ਵੀ ਆਪਣੇ ਚਿੱਤ ਦੇ ਵਿੱਚ ਰੱਖ ਲਈ। ਗੁਰੂ ਤਾਂ ਕਹਿੰਦਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਕਦੇ ਵੀ ਝੂਠ ਨਾ ਬੋਲੀਏ। ਝਿੜਕਾ ਹੀ ਨੇ ਸਾਨੂੰ, ਮਿੱਠੀਆਂ ਮਿੱਠੀਆਂ ਝਿੜਕਾਂ ਨੇ। ਸਿੱਖਾ ਐਸਾ ਕਰਮ ਨਾ ਕਰੀ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਅੰਦਰ ਧਿਆਨ ਧਾਰ ਲਈ ਗੁਰੂ ਦਾ, ਇਹ ਵੀ ਯਾਦ ਕਰ ਲਈ ਜੇ ਇੱਕ ਵਾਰੀ ਗੁਰੂ ਤੋਂ ਬੇਮੁਖ ਹੋ ਗਿਆ ਫਿਟਕਾਰਾਂ ਹੀ ਪੈਣੀਆਂ ਨੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਨਾਲੇ ਇਹ ਵੀ ਦੱਸ ਦਿੱਤਾ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਕਹਿੰਦੇ ਜਿਹੜੇ ਗਿਆਨਵਾਨ ਹੈ ਨਾ, ਉਹਨਾਂ ਨੂੰ ਜਾ ਕੇ ਪੁੱਛ ਲਈ, ਕਿਉਂਕਿ ਉਹਨਾਂ ਨੂੰ ਵੀ ਗੁਰੂ ਦੇ ਕਰਕੇ ਹੀ ਨਾਮ ਦੀ ਦਾਤ ਮਿਲੀ ਹੈ। ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਕਹਿੰਦੇ ਬਿਨਾ ਸਤਿਗੁਰੂ ਤੋਂ ਬਿਨਾ ਕਦੇ ਮੁਕਤੀ ਨਹੀਂ ਹੁੰਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਸਮਝ ਨਾ ਆਵੇ। ਨਹੀਂ ਸਮਝ ਆਉਂਦੀ ਗੁਰੂ ਤੋਂ ਬਿਨਾ, ਗੁਰੂ ਤੋਂ ਬਿਨਾ ਮੁਕਤ ਵੀ ਨਹੀਂ ਹੋਇਆ ਜਾਂਦਾ। ਇਸ ਕਰਕੇ ਕਹਿੰਦੇ ਐਸੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਐ ਕਿ ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਪੂਰੇ ਸਤਿਗੁਰੂ ਜੀ ਜੇ ਕਿਤੇ ਬਖਸ਼ ਦੇਣ ਤਾਂ ਫਿਰ ਭਾਈ ਵਡਿਆਈ ਬਖਸ਼ਦੇ ਹਨ। ਗੁਰਮੁਖ ਬੋਲੈ ਸੋ ਥਾਏ ਪਾਏ,
ਮਨ ਮੁਖ ਕਿਛ ਥਾਏ ਨਾ ਪਾਈ। ਜਿਹੜੇ ਗੁਰਮੁਖਾਂ ਦਾ ਬੋਲਣਾ ਹੁੰਦਾ ਹੈ ਭਾਈ, ਉਹ ਥਾਂ ਪੈ ਜਾਂਦਾ ਹੈ, ਭਾਵ ਸਫਲਾ ਹੋ ਜਾਂਦਾ ਉਹਨਾਂ ਦਾ ਬੋਲਿਆ। ਕੋਈ ਵੀ ਬਚਨ ਕਰ ਦੇਣ ਪਰ ਮਨਮੁਖ ਜਿਹੜਾ ਬੋਲਦਾ ਉਹਦਾ ਕੁਝ ਵੀ ਥਾਂ ਨਹੀਂ ਪੈਂਦਾ, ਮਨਮੁਖ ਹਮੇਸ਼ਾ ਬਿਰਥਾ ਹੀ ਬੋਲਦਾ ਹੈ। ਪਾਲਾ ਕੱਕਰ ਬਰਫ ਬਰਸੈ, ਗੁਰ ਸਿੱਖ ਗੁਰ ਦੇਖਣ ਜਾਏ। ਮਹਾਰਾਜ ਕਹਿੰਦੇ ਭਾਵੇਂ ਪਾਲਾ ਭਾਵ ਕੀ ਹੈ ਕਿ ਸਮਾਨ ਜਿਹੜੀ ਠੰਡ ਹੋਵੇ, ਕੱਕਰ ਵਰਸ ਜਿਹੜਾ ਹੈ ਪੈਣਾ, ਫਿਰ ਬਰਫ਼ ਵਰਸਣੀ, ਬਰਫ਼ ਬੜੀ ਪੈਂਦੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ। ਜੇ ਕਹਿੰਦੇ ਐਸਾ ਸਮਾਂ ਵੀ ਹੋਵੇ, ਇੰਨੀ ਠੰਡ ਹੋਵੇ, ਗੁਰਸਿੱਖ ਗੁਰ ਦੇਖਣ ਜਾਏ, ਗੁਰੂ ਕਾ ਸਿੱਖ ਭਾਈ ਫਿਰ ਵੀ ਗੁਰੂ ਨੂੰ ਦੇਖਣ ਵਾਸਤੇ, ਦਰਸ਼ਨ ਕਰਨ ਵਾਸਤੇ ਜਾਵੇ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੇ ਗੁਰ ਪੈਰ ਧਰਾਈ। ਕਹਿੰਦੇ ਮਹਾਰਾਜ ਕਿੰਨਾ ਸਮਾਂ ਦੇਖੀਏ, ਕਹਿੰਦੇ ਦਿਨ ਸਰੈਣ, ਰਾਤ ਦਿਨ ਪੂਰੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਰਹੋ। ਅਤੇ ਕੀ ਕਰੋ ਫਿਰ, ਵਿੱਚ ਅੱਖੀ ਆਪਣੇ ਨੇਤਰਾਂ ਦੇ ਵਿੱਚ ਗੁਰੂ ਜੀ ਦੇ ਜਿਹੜੇ ਪੈਰ ਚਰਨ ਹਨ ਉਹਨੂੰ ਭਾਈ ਧਰਾਈ ਧਿਆਉਣਾ ਕਰੀਏ, ਗੁਰੂ ਦੇ ਚਰਨਾਂ ਦਾ ਧਿਆਨ ਧਾਰੀਏ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਏ। ਅਤੇ ਕਹਿੰਦੇ ਅਨੇਕ ਉਪਾਵ, ਅਨੇਕਾਂ ਹੀ ਉਪਾਵ ਕਰੀ ਗੁਰ ਕਾਰਨ, ਗੁਰੂ ਨੂੰ ਮਿਲਣ ਵਾਸਤੇ ਅਨੇਕਾਂ ਹੀ ਉਪਾਵ ਕਰੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋ ਜਾਣ। ਗੁਰ ਭਾਵੈ ਸੋ ਥਾਏ ਪਾਈ, ਅਥਵਾ ਅਨੇਕ ਉਪਾਵ ਕਰੀ ਗੁਰੂ ਨੂੰ ਮਿਲਣ ਵਾਸਤੇ ਅਨੇਕਾਂ ਹੀ ਉਪਾਵ ਕੀਤੇ, ਯਤਨ ਕੀਤੇ, ਪਰ ਜਿਹੜਾ ਗੁਰੂ ਨੂੰ ਭਾ ਜਾਂਦਾ ਉਹ ਹੀ ਭਾਈ ਥਾਂ ਪੈ ਜਾਂਦਾ, ਸਫਲਾ ਹੋ ਜਾਂਦਾ ਉਸ ਦਾ ਜੀਵਨ। ਰੈਣ ਦਿਨਸ ਗੁਰ ਚਰਨ ਆਰਾਧੀ, ਦਇਆ ਕਰੋ ਮੇਰੇ ਸਾਈ। ਅਤੇ ਮੈਂ ਐਸੇ ਸਤਿਗੁਰੂ ਗੁਰੂ ਅਮਰਦਾਸ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਾਤ ਦਿਨ ਕਹਿੰਦੇ ਚਰਨਾਂ ਨੂੰ ਆਰਾਧਨਾ ਕਰਦਾ ਹਾਂ। ਦਇਆ ਕਰੋ ਮੇਰੇ ਸਾਈਂ, ਮੇਰੇ ਸਾਈਂ ਸਤਿਗੁਰੂ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ। ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਐਸੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਕਿ ਜਿਹੜਾ ਜੀਓ ਪਿੰਡ ਗੁਰੂ ਹੈ ਮੇਰਾ, ਜੀਓ ਜਿਹੜਾ ਭਾਈ ਸੂਖਸ਼ਮ ਸਰੀਰ ਹੁੰਦਾ ਹੈ, ਪਿੰਡ ਨਾਮ ਸਥੂਲ ਦਾ ਹੁੰਦਾ ਹੈ। ਸਰੀਰ ਦੇ ਅੰਦਰ ਤਿੰਨ ਜਿਹੜੇ ਸਰੀਰ ਮੰਨੇ ਜਾਂਦੇ ਆ, ਸੂਖਸ਼ਮ, ਸਥੂਲ ਤੇ ਕਾਰਨ। ਕਹਿੰਦੇ ਮੇਰਾ ਸਭ ਕੁਝ ਹੀ ਇਹ ਗੁਰੂ ਹੈ। ਗੁਰ ਮਿਲ ਤ੍ਰਿਪਤ ਅਗਾਈ, ਜੇ ਮੈਂ ਗੁਰੂ ਨੂੰ ਮਿਲਾਂ ਤਾਂ ਹੀ ਮੈਂ ਤ੍ਰਿਪਤ ਹੋਵਾਂ ਤੇ ਤਾਂ ਹੀ ਮੈਂ ਅਗਾਈ ਰੱਜਾਂ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਕਹਿੰਦੇ ਐਸੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰਾ ਤਾਂ ਗੁਰੂ ਪੂਰ ਰਹਿਓ ਹੈ, ਪਰਿਪੂਰਨ ਹੋ ਰਿਹਾ ਹੈ। ਜਿੱਧਰ ਕਿੱਧਰ ਦੇਖਦਾ ਸਤਿਗੁਰੂ ਜੀ ਦੇ ਹੀ ਦਰਸ਼ਨ ਕਰਦਾ, ਜਿੱਥੇ ਵੀ ਦੇਖਦਾ ਜਤ ਕਤ ਤਤ ਗੋਸਾਈ। ਗੋ ਨਾਮ ਜਿਹੜਾ ਸ੍ਰਿਸ਼ਟੀ ਦਾ ਹੁੰਦਾ ਹੈ, ਸ੍ਰਿਸ਼ਟੀ ਦਾ ਸਾਈਂ ਮਾਲਕ ਉਹੀ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ। ਐਸੇ ਪੂਰੇ ਸਤਿਗੁਰੂ ਜੀ ਦੇ ਹੀ ਦਰਸ਼ਨ ਕਰਦਾ ਤੇ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਕਰ ਰਹੇ ਹੋ। ਇਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਆਪ ਸੰਗਤ ਨੇ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਦਾਸ ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ। ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਰੋਮ ਰੋਮ ਕਰਕੇ ਐਸੇ ਸਤਿਗੁਰੂ ਤੋਂ ਬਲਹਾਰ ਜਾਣਾ ਕਰੀਏ। ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਮੂਹ ਪ੍ਰਬੰਧਕ ਵੀਰਾਂ ਦਾ, ਆਪ ਸਾਧ ਸੰਗਤ ਦਾ, ਗ੍ਰੰਥੀ ਸਿੰਘਾਂ ਦਾ ਧੰਨਵਾਦ ਜੋ ਐਸੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਅਰਦਾਸ ਬੇਨਤੀ ਹੈ ਮਹਾਰਾਜ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਕਰਦਿਆਂ ਤੋਂ, ਗੁਣ ਗਾਉਂਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰਸੰਗਤ ਜੀ ਬਖਸ਼ਣ ਹਾਰੋ ਬਖਸ਼ ਲੈਣਾ। ਆਓ
ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ।